My dear students of ninth class, today I am going to solve the sample paper of PAS test. Model test paper by monthly September 2020. Total marks is 40. Each question carries 2 marks. हर क्वेश्चन बच्चों 2 नंबर का होगा. Note each question carries 2 marks. Read the following passage and answer the question that follow. Passage ਨੂੰ ਪੜ੍ਹੋ ਤੇ ਆਨਸਰ ਦਿਓ. Ancient India is supposed to be the most advanced civilization ever. ਪ੍ਰਾਚੀਨ ਭਾਰਤ ਦੇ ਬਾਰੇ ਇਹ ਮੰਨਿਆ ਜਾਂਦਾ ਹੈ ਵੀ ਇਹ ਸਭ ਤੋਂ ਅੱਗੇ ਇਹਨਾਂ ਦੀ ਸੋਚ ਸੀ. ਇਹ ਸੱਭਿਅਤਾ ਜਿਹੜੀ ਸੀਗੀ ਇਹ ਬਹੁਤ ਐਡਵਾਂਸ ਸੀਗੀ. In many ways, the modern world owes much to ancient India. ਉਸ ਮਤਲਬ ਵੀ ਕਿਸੇ ਚੀਜ਼ ਦਾ ਥੈਂਕਫੁਲ ਹੋਣਾ, ਆਭਾਰੀ ਹੋਣਾ ਵੀ ਜਿਹੜਾ ਸਾਡਾ ਆਧੁਨਿਕ ਸੰਸਾਰ ਹੈਗਾ ਉਹ ਸਾਡੇ ਪ੍ਰਾਚੀਨ ਭਾਰਤ ਦਾ ਜਿਹੜਾ ਬਹੁਤ ਆਭਾਰੀ ਆ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹਨੇ ਦਿੱਤੀਆਂ ਆ ਸੰਸਾਰ ਨੂੰ. One day while reading a magazine, ਜਦੋਂ ਮੈਂ ਅਖਬਾਰ ਪੜ੍ਹ ਰਿਹਾ ਸੀ, I came across many reasons for which the world honors India. ਮੈਨੂੰ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗ ਗਿਆ ਜਿਸ ਕਰਕੇ ਸੰਸਾਰ ਦੇ ਵਿੱਚ ਭਾਰਤ ਦਾ ਸਨਮਾਨ ਹੈ. India had made remarkable contribution in the field of mathematics. ਭਾਰਤ ਨੇ ਮੈਥ ਦੇ ਹਿਸਾਬ ਦੇ ਖੇਤਰ ਦੇ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ, ਬਹੁਤ ਵੱਡਾ ਯੋਗਦਾਨ ਦਿੱਤਾ ਹੈ. ਇੰਡੀਆ ਇਨਵੈਂਟਿਡ ਦਾ ਨਿਊਮੈਰੀਕਲ ਸਿਸਟਮ. ਇੰਡੀਆ ਨੇ ਨਿਊਮੈਰੀਕਲ ਸਿਸਟਮ ਦੀ ਖੋਜ ਕੀਤੀ. ਆਰਿਆਭੱਟ ਇਨਵੈਂਟਿਡ ਜ਼ੀਰੋ. ਆਰਿਆਭੱਟ ਨੇ ਜ਼ੀਰੋ ਦੀ ਖੋਜ ਕੀਤੀ, ਉਹ ਭਾਰਤੀ ਸੀ. ਦਾ ਡੈਸੀਮਲ ਸਿਸਟਮ ਵਾਜ਼ ਡਿਵੈਲਪਡ ਇਨ ਇੰਡੀਆ ਇਨ 100 BC. 100 BC ਬਿਫੋਰ ਕ੍ਰਿਸਟ ਤੋਂ ਦੇ ਜਨਮ ਤੋਂ ਪਹਿਲਾਂ ਜਿਹੜਾ ਡੈਸੀਮਲ ਸਿਸਟਮ ਇੰਡੀਆ ਦੇ ਵਿੱਚ ਡਿਵੈਲਪ ਹੋ ਗਿਆ ਸੀ, ਉਹਦਾ ਵਿਕਾਸ ਹੋ ਗਿਆ ਸੀ. ਅ ਵਰਲਡ ਫੇਮਸ ਯੂਨੀਵਰਸਿਟੀ was established at Takshila, now in Pakistan, in 700 BC. ਸੰਸਾਰ ਦੀ ਸਭ ਤੋਂ ਪ੍ਰਸਿੱਧ ਯੂਨੀਵਰਸਿਟੀ ਤਕਸ਼ਿਲਾ ਯੂਨੀਵਰਸਿਟੀ ਜਿਹੜੀ ਹੁਣ ਪਾਕਿਸਤਾਨ ਦੇ ਵਿੱਚ ਆ, ਉਹ 700 BC ਦੇ ਵਿੱਚ ਬਣ ਗਈ ਸੀ. More than 10,500 students from all over the world studied there. More than 60 subjects. 60 ਤੋਂ ਜ਼ਿਆਦਾ ਵੀ ਵਿਸ਼ੇ ਪੜ੍ਹਾਏ ਜਾਂਦੇ ਸੀ ਅਤੇ 10,500 ਜਿਹੜਾ ਵਿਦਿਆਰਥੀ ਆ ਸਾਰੇ ਸੰਸਾਰ ਦਾ ਉੱਥੇ ਪੜ੍ਹਦਾ ਸੀ. ਇਨ ਦਾ ਫੀਲਡ ਆਫ ਲੈਂਗੁਏਜਿਸ ਆਲਸੋ ਇੰਡੀਆ ਐਕਸੈਲਡ. ਭਾਸ਼ਾਵਾਂ ਦੇ ਖੇਤਰ 'ਚ ਵੀ ਭਾਰਤ ਨੇ ਬਹੁਤ ਤਰੱਕੀ ਕੀਤੀ. The ancient Sanskrit language is considered as the mother of many other languages. ਸੰਸਕ੍ਰਿਤ ਜਿਹੜੀ ਭਾਸ਼ਾ ਆ ਉਹਨੂੰ ਕਈ ਭਾਸ਼ਾਵਾਂ ਦੀ ਮਾਤਾ ਮੰਨਿਆ ਜਾਂਦਾ ਹੈ, ਉਹਦੀ ਮਾਂ ਮੰਨਿਆ ਜਾਂਦਾ ਵੀ. ਕਈ ਹੋਰ ਭਾਸ਼ਾਵਾਂ ਦੇ ਵਿੱਚੋਂ ਜਾਂ ਕਈ ਹੋਰ ਸ਼ਬਦ ਜਿਹੜੇ ਆ ਉਹ ਹੋਰ ਕਿਸੇ ਭਾਸ਼ਾ ਦੇ ਉਹ ਸੰਸਕ੍ਰਿਤ ਦੇ ਵਿੱਚੋਂ ਨਿਕਲਦੇ ਆ. According to the Forbes magazine, Sanskrit is the most suitable language for computer software. Forbes magazine ਸੰਸਾਰ ਦੀ ਪ੍ਰਸਿੱਧ ਇੱਕ ਮੈਗਜ਼ੀਨ ਆ, ਉਹ ਕਹਿੰਦੀ ਆ ਵੀ ਸੰਸਕ੍ਰਿਤ ਜਿਹੜੀ ਆ ਕੰਪਿਊਟਰ ਵਾਸਤੇ ਸਭ ਤੋਂ ਵਧੀਆ ਲੈਂਗੁਏਜ ਹੈਗੀ. ਕੰਪਿਊਟਰ ਦੀ ਜਿਹੜੀ ਲੈਂਗੁਏਜ ਆ ਉਹਦੇ ਨਾਲ ਸੰਸਕ੍ਰਿਤ ਦੀ ਲੈਂਗੁਏਜ ਰਲਦੀ ਆ. As far as medical science is concerned, Ayurveda is the earliest known school of medicine to human. ਭਾਰਤ ਦਾ ਆਯੁਰਵੇਦ ਜਿਹੜਾ ਆ, ਹੁਣ ਆਯੁਰਵੇਦ ਦੇ ਵਿੱਚ ਵੀ ਦਵਾਈਆਂ ਬਹੁਤ ਸਾਰੀਆਂ ਬਣਦੀਆਂ ਆ ਜਿਹੜੀਆਂ ਪੱਤਿਆਂ ਤੋਂ, ਦਰਖਤਾਂ ਤੋਂ ਜਾਂ ਹੋਰ ਕਿਸੇ ਚੀਜ਼ ਤੋਂ ਬਣਦੀਆਂ, ਤਾਂ ਉਸ ਖੇਤਰ ਦੇ ਵਿੱਚ ਵੀ ਭਾਰਤ ਸਭ ਤੋਂ ਅੱਗੇ ਸੀ. ਭਾਰਤ ਦੇ ਆਯੁਰਵੇਦ ਦੀ ਜਿਹੜੀ ਆ ਮੈਡੀਕਲ ਸਾਇੰਸ ਦੇ ਵਿੱਚ ਬਹੁਤ ਵੱਡੀ ਜਗ੍ਹਾ ਆ. ਚਰਾਕਾ ਦਾ ਫਾਦਰ ਆਫ ਮੈਡੀਸਨ. ਚਰਾਕਾ ਜਿਹੜਾ ਕਿ ਦਵਾਈਆਂ ਦਾ ਪਿਤਾ ਹੈ. ਕੰਸੋਲੀਡੇਟਡ ਆਯੁਰਵੇਦਾ 2500 years ago. ਉਹਨੇ ਸਾਰੇ ਆਯੁਰਵੇਦ ਜਿਹੜੇ ਸੀਗੇ ਉਹ ਇਕੱਠੇ ਕੀਤੇ 2500 ਸਾਲ ਪਹਿਲਾਂ. ਸੁਸ਼ਰੂਤਾ ਇਜ਼ ਰਿਮੈਂਬਰਡ ਐਜ਼ ਦਾ ਫਾਦਰ ਆਫ ਸਰਜਰੀ. ਸਰਜਰੀ ਕੀ ਹੁੰਦਾ? ਜਦੋਂ ਆਪਾਂ ਕਿਸੇ ਬੰਦੇ ਦੀ
ਵੱਢ ਟੁੱਕ ਕਰਦੇ ਹਾਂ, ਯਾਨੀ ਕਹਿ ਸਕਦੇ ਹਾਂ ਓਪਰੇਟ ਕਰਦੇ ਹਾਂ, ਚੀਰ ਫੜ ਕਰਕੇ ਵਿੱਚੋਂ ਉਹਦੇ ਪਾਰਟਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹਨੂੰ ਸਰਜਰੀ ਕਹਿੰਦੇ ਨੇ। ਸੁਸ਼ਰਤਾ ਜਿਹੜਾ ਆ ਉਹਨੂੰ ਫਾਦਰ ਆਫ ਸਰਜਰੀ ਕਿਹਾ ਜਾਂਦਾ ਹੈ। ਅਨਦਰ ਰੀਜ਼ਨ ਟੂ ਫੀਲ ਪ੍ਰਾਊਡ ਟੂ ਬੀ ਐਨ ਇੰਡੀਅਨ ਇਜ਼ ਦੈਟ ਆਰਟ ਆਫ ਨੈਵੀਗੇਸ਼ਨ। ਨੈਵੀਗੇਸ਼ਨ ਹੁੰਦਾ ਰਾਹ, ਨੈਵੀਗੇਟ ਤੋਂ ਬਣਿਆ ਰਾਹ ਦੱਸਣਾ, ਰਾਹ ਦੱਸਣਾ ਜਾਣ ਵਾਸਤੇ ਇੱਧਰ ਉੱਧਰ। ਵਾਸ ਬੋਰਨ ਇਨ ਦਾ river Sindhu 6000 years ago, and the word navigation is derived from the Sanskrit word navigate। ਨੈਵੀਗੇਸ਼ਨ ਸ਼ਬਦ ਜਿਹੜਾ ਆ ਉਹ ਬਣਿਆ ਆ ਸੰਸਕ੍ਰਿਤ ਭਾਸ਼ਾ ਦੇ ਵਿੱਚੋਂ ਹੀ ਨਿਕਲਿਆ। ਨਵਗੇਤ ਵਰਡ ਹੈਗਾ, ਉਹਦੇ ਤੋਂ ਨੈਵੀਗੇਟ ਬਣਿਆ। ਔਰ 6000 ਸਾਲ ਪਹਿਲਾਂ ਸਿੰਧੂ ਨਦੀ ਦੇ ਕੋਲ ਇਹਦੀ ਜਿਹੜੀ ਖੋਜ ਕੀਤੀ, ਇਹ ਮੰਨਿਆ ਜਾਂਦਾ ਹੈ। ਆਲ ਥੀਸ ਫੈਕਟਸ ਰੀਅਲੀ ਮੇਕ ਇੰਡੀਅਨ ਪ੍ਰਾਊਡ ਆਫ ਦੇਅਰ ਨੇਸ਼ਨ ਐਂਡ ਕਲਚਰਲ ਹੈਰੀਟੇਜ। ਇਹ ਸਾਰੇ ਜਿਹੜੇ ਫੈਕਟ ਆ, ਤੱਥ ਜਿਹੜੇ ਆ, ਸਾਨੂੰ ਇੱਕ ਬਹੁਤ ਮਹਾਨ ਅਤੇ ਵਧੀਆ ਵਿਰਾਸਤ ਵਾਲਾ ਦੇਸ਼ ਜਿਹੜੇ ਘੋਸ਼ਿਤ ਕਰਦੇ ਆ, ਅਤੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਸ ਚੀਜ਼ 'ਤੇ ਮਾਣ ਆ। ਅੱਗੇ ਬੇਟਾ ਕੁਐਸਚਨਸ ਨੇ। ਇੰਡੀਆ ਇਜ਼ ਔਨਰਡ ਬਾਏ ਦਾ ਵਰਲਡ ਡਿਊ ਟੂ ਮੈਨੀ ਰੀਜ਼ਨ। ਦਾ ਆਥਰ ਕੇਮ ਟੂ ਨੋ ਦਾ ਰੀਜ਼ਨ ਬਾਏ। ਕਿੱਦਾਂ ਨੂੰ ਰੀਜ਼ਨ ਪਤਾ ਲੱਗੇ? ਉਹਨੂੰ ਰੀਜ਼ਨ ਪਤਾ ਲੱਗੇ ਸੀ ਰੀਡਿੰਗ ਏ ਮੈਗਜ਼ੀਨ। ਆਨਸਰ ਸੀ ਵੈਸੇ ਕੀਤਾ ਹੋਇਆ ਟਿਕ, ਪਰ ਆਨਸਰ ਇਹਦਾ ਡੀ ਆ, ਰੀਡਿੰਗ ਏ ਮੈਗਜ਼ੀਨ, ਕਿਉਂਕਿ ਉਹ ਮੈਗਜ਼ੀਨ ਪੜ੍ਹ ਰਿਹਾ ਸੀ, ਉਹਦੇ ਤੋਂ ਉਹਨੂੰ ਪਤਾ ਲੱਗਾ ਸੀ। ਠੀਕ ਕਰ ਲਿਓ ਇਹਨੂੰ। ਆਰਿਆਭੱਟਸ ਕੰਟਰੀਬਿਊਸ਼ਨ ਵਾਜ਼ ਬੇਸਿਕਲੀ ਰਿਲੇਟਡ ਟੂ। ਆਰਿਆਭੱਟ ਦਾ ਜਿਹੜਾ ਯੋਗਦਾਨ ਸੀ ਉਹ ਮੈਥਮੈਟਿਕਸ ਨਾਲ ਸੀ। ਦਾ ਵੈਲ ਨੋਨ ਪਰਸਨ ਇਨ ਦਾ ਫੀਲਡ ਆਫ ਸਰਜਰੀ ਇਜ਼ ਸੁਸ਼ਰੁਤਵਾ। ਇਹਨੂੰ ਫਾਦਰ ਆਫ ਸਰਜਰੀ ਕਿਹਾ ਜਾਂਦਾ ਹੈ, ਆਪਾਂ ਪੈਰੇ 'ਚ ਪੜ੍ਹਿਆ ਆ। ਤਾਂ ਬੱਚਿਓ ਕੋਈ ਮੁਸ਼ਕਿਲ ਕੰਮ ਨਹੀਂ ਹੈਗਾ, ਪੈਰੇ ਨੂੰ ਧਿਆਨ ਨਾਲ ਪੜ੍ਹਨਾ, ਉਹਨੂੰ ਸਮਝਣਾ ਆ, ਅਤੇ ਤੁਹਾਨੂੰ ਸਾਰੇ ਕੁਐਸਚਨਾਂ ਦੇ ਆਨਸਰ ਈਜ਼ੀਲੀ ਪਤਾ ਲੱਗ ਜਾਣੇ ਆ। ਅਕੋਰਡਿੰਗ ਟੂ ਦ ਟੈਕਸਟ ਵਿਚ ਆਫ ਦ ਫੋਲੋਇੰਗ ਵਾਜ਼ ਨਾਟ ਡਿਵੈਲਪ ਡਿਊਰਿੰਗ ਐਂਸ਼ੀਅੰਟ ਇੰਡੀਆ। ਵੀ ਕਿਹੜੀ ਚੀਜ਼ ਇੰਡੀਆ ਦੇ ਵਿੱਚ ਨਹੀਂ ਡਿਵੈਲਪ ਹੋਈ? ਡੈਸੀਮਲ ਸਿਸਟਮ ਇੰਡੀਆ 'ਚ ਹੋਇਆ, ਨੂਮੈਰੀਕਲ ਸਿਸਟਮ ਇੰਡੀਆ 'ਚ ਹੋਇਆ, ਆਰਟ ਆਫ ਨੈਵੀਗੇਸ਼ਨ ਇੰਡੀਆ 'ਚ ਹੋਈ, ਕੰਪਿਊਟਰ ਸੋਫਟਵੇਅਰ ਇਨ ਸੰਸਕ੍ਰਿਤ ਇਹ ਨਹੀਂ ਹੋਇਆ। ਫਿਫਥ ਕੁਐਸਚਨ, ਲੋਕੇਟ ਦਾ ਵਰਡ ਇਨ ਦਾ ਪੈਸੇਜ ਵਿਚ ਮੀਨਸ ਦਾ ਸੇਮ ਐਜ਼ ਸੈਟਅਪ। ਸੈਟਅਪ ਹੁੰਦਾ ਤਿਆਰ ਕਰਨਾ ਜਾਂ ਬਣਾਉਣਾ, ਜਾਂ ਉਹਦੇ ਲਈ ਵਰਡ ਯੂਜ਼ ਕਰਾਂਗੇ ਆਪਾਂ ਐਸਟੈਬਲਿਸ਼ਡ। ਦਾ ਸਿਨੋਨਿਮ ਆਫ ਹੈਪੀ ਇਜ਼ ਗਲੈਡ ਐਂਡ ਦਾ ਐਂਟੋਨਿਮ ਆਫ ਗਲੈਡ ਇਜ਼। ਸਿਨੋਨਿਮ ਹੁੰਦਾ ਸਿਮਿਲਰ ਵਰਡ, ਹੈਪੀ ਦਾ ਗਲੈਡ ਆ, ਐਂਟੋਨਿਮ ਹੁੰਦਾ ਆਪੋਜ਼ਿਟ ਵਰਡ। ਤਾਂ ਗਲੈਡ ਦਾ ਆਪੋਜ਼ਿਟ, ਗਲੈਡ ਹੁੰਦਾ ਖੁਸ਼, ਤਾਂ ਉਹਦਾ ਉੱਤੋਂ ਹੁੰਦਾ ਉਦਾਸ ਜਾਂ ਦੁਖੀ, ਤਾਂ ਉਹਦਾ ਵਰਡ ਆਊਗਾ ਸੈਡ। Did you have dash difficulty in finding it? Any? ਕਿਉਂ ਆਇਆ? ਦੇਖੋ ਯੂਜ਼ ਕੀ ਐਨੀ ਦੇ। ਐਨੀ ਇਜ਼ ਯੂਜ਼ ਟੂ ਮੀਨ ਨੋ ਔਰ ਜ਼ੀਰੋ। ਐਨੀ ਦਾ ਮਤਲਬ ਹੁੰਦਾ ਜ਼ੀਰੋ, ਕੁਛ ਵੀ ਨਹੀਂ ਜਾਂ ਨਹੀਂ। ਐਨੀ ਕੈਨ ਬੀ ਯੂਜ਼ਡ ਵਿਦ ਬੋਥ ਕਾਊਂਟੇਬਲ ਐਂਡ ਅਨਕਾਊਂਟੇਬਲ ਨੇਮਸ। ਐਨੀ ਦਾ ਇਸਤੇਮਾਲ ਕਾਊਂਟੇਬਲ ਅਤੇ ਅਨਕਾਊਂਟੇਬਲ ਦੋਵਾਂ ਜਗ੍ਹਾ 'ਤੇ ਹੁੰਦਾ, ਦੋਵੇਂ ਨਾਊਨਸ ਦੇ ਨਾਲ ਹੁੰਦਾ। ਵੈਨ ਇਟ ਯੂਜ਼ਡ ਵਿਦ ਕਾਊਂਟੇਬਲ ਨਾਊਨਸ ਦੇ ਆਰ ਆਲਵੇਜ਼ ਪਲੂਰਲ। ਜਦੋਂ ਕਾਊਂਟੇਬਲ ਨਾਊਨ ਦੇ ਨਾਲ ਐਨੀ ਦੀ ਵਰਤੋਂ ਹੁੰਦੀ ਤਾਂ ਕਾਊਂਟੇਬਲ ਨਾਊਨ ਜਿਹੜਾ ਉਹ ਪਲੂਰਲ ਹੁੰਦਾ। ਪਲੂਰਲ ਮਤਲਬ ਬਹੁਵਚਨ ਹੁੰਦਾ। ਵੈਨ ਇਟ ਯੂਜ਼ਡ ਵਿਦ ਅਨਕਾਊਂਟੇਬਲ ਨਾਊਨਸ, ਜਦੋਂ ਅਨਕਾਊਂਟੇਬਲ ਨਾਊਨ ਨਾਲ ਯੂਜ਼ ਹੁੰਦਾ ਤੇ ਆਲਵੇਜ਼ ਬਿਕਮ ਸਿੰਗੂਲਰ, ਤਾਂ ਉਹ ਹਮੇਸ਼ਾ ਸਿੰਗੂਲਰ ਹੋਣਗੇ। ਇਸ ਤੋਂ ਇਲਾਵਾ ਐਨੀ ਦਾ ਜਿਹੜਾ ਯੂਜ਼ ਹੋਰ ਵੀ ਆ, ਰੂਲ ਜਿਹੜੇ ਉਹ ਇਹ ਆ ਵੀ ਜਿਹੜਾ ਨੈਗੇਟਿਵ ਸੈਂਟੈਂਸ ਆ, ਜੇਕਰ ਉਹਦੇ 'ਚ ਅਸੀਂ ਸਮ ਅਤੇ ਐਨੀ ਦੇ ਵਿੱਚੋਂ ਕੋਈ ਚੀਜ਼ ਚੁੱਕਣੀ ਹੈ ਤਾਂ ਨੈਗੇਟਿਵ 'ਚ ਐਨੀ ਆਊਗਾ। ਸਮ ਅਤੇ ਐਨੀ ਦਾ ਮਤਲਬ ਕੋਈ ਥੋੜ੍ਹਾ ਜਿਹਾ ਜਾਂ ਕੁਛ ਵੀ ਨਹੀਂ ਇਹ ਹੁੰਦਾ, ਠੀਕ ਹੈ। ਤਾਂ ਜੇ ਨੈਗੇਟਿਵ ਸੈਂਟੈਂਸ ਹੈਗਾ ਤਾਂ ਉੱਥੇ ਐਨੀ ਆਏਗਾ, ਜੇ ਪੋਜ਼ੀਟਿਵ ਹੈ ਉੱਥੇ ਸਮ ਆਏਗਾ। ਪਰ ਜੇ ਇੰਟੈਰੋਗੇਟਿਵ ਸੈਂਟੈਂਸ ਆ ਜਾਂਦਾ ਹੈ ਤਾਂ ਇੰਟੈਰੋਗੇਟਿਵ ਸੈਂਟੈਂਸ ਦੇ ਵਿੱਚ ਯਾਨੀ ਕੁਐਸਚਨ ਵਾਲਾ ਸੈਂਟੈਂਸ ਜੇ ਕੋਈ ਆਉਂਦਾ ਤਾਂ ਉਹਦੇ ਵਿੱਚ ਜਿਹੜਾ ਆ ਪੋਜ਼ੀਟਿਵ ਸੈਂਟੈਂਸ ਵਿੱਚ ਐਨੀ ਆਏਗਾ ਅਤੇ ਨੈਗੇਟਿਵ ਸੈਂਟੈਂਸ ਦੇ ਵਿੱਚ ਸਮ ਆਏਗਾ। Eighth sentence is the book is lying on the table but the cat is sitting under the table. Preposition ਆ। ਆ ਕੁਛ ਰੂਲ ਜਿਹੜੇ ਤੁਹਾਨੂੰ ਮੈਂ ਗੱਲ ਕੀਤੀ ਸੀਗੀ
ਵੀ ਸਮ ਜਿਹੜਾ ਆ ਪੋਜ਼ਿਟਿਵ ਸੈਂਟੈਂਸ ਵਿੱਚ ਯੂਜ਼ ਹੁੰਦਾ। ਦੇਖੋ ਉਦਾਹਰਨ ਦਿੱਤੇ ਆ, ਸਮ 3-4 ਸੈਂਟੈਂਸ ਹੈਗੇ ਆ। ਆਈ ਗੋਟ ਸਮ ਨਾਈਸ ਪ੍ਰੈਜ਼ੈਂਟ ਫॉर ਕ੍ਰਿਸਮਸ ਦੈਟ ਈਅਰ। ਸੈਕਿੰਡ ਹੈਗਾ ਇਨ ਜਨਰਲ ਐਨੀ ਇਜ਼ ਯੂਜ਼ਡ ਇਨ ਨੈਗੇਟਿਵ ਸੈਂਟੈਂਸ। ਨੈਗੇਟਿਵ ਸੈਂਟੈਂਸ ਦੇਖੋ ਡਿਡੰਟ ਲੱਗਾ ਹੋਇਆ, ਕੁਡੰਟ ਲੱਗਾ ਹੋਇਆ, ਫਿਰ ਡੋਂਟ ਲੱਗਾ, ਯਾਨੀ ਨੋਟ ਲੱਗਾ ਹੋਊਗਾ ਤਾਂ ਐਨੀ ਆਏਗਾ, ਇਹ ਯਾਦ ਰੱਖਿਓ ਤੁਸੀਂ। ਫਿਰ ਅੱਗੇ ਤੀਸਰਾ ਰੂਲ ਹੈ, ਜੇ ਕੁਐਸਚਨ ਵਾਲਾ ਸੈਂਟੈਂਸ ਹੈਗਾ, ਠੀਕ ਹੈ, ਤਾਂ ਉਹਦੇ ਵਿੱਚ we can use some in questions when offering requesting would you like some। ਜਦੋਂ ਕੋਈ offering ਜਾਂ requesting ਹੋਣਗੇ ਉਦੋਂ some use ਹੋਊਗਾ। we use any in positive sentence when we mean it doesn't matter। ਜਦੋਂ ਉਹਦਾ ਆਨਸਰ ਆਉਣ ਦੀ ਸੰਭਾਵਨਾ ਨੈਗੇਟਿਵ 'ਚ ਹੋਊਗੀ ਉਦੋਂ ਅਸੀਂ ਐਨੀ ਦੀ ਵਰਤੋਂ ਕਰਾਂਗੇ। ਕੁਐਸਚਨ ਦੇ ਵਿੱਚ ਐਨੀ ਉਦੋਂ ਵਰਤਿਆ ਜਾਊਗਾ ਜਦੋਂ ਸਾਨੂੰ ਆਨਸਰ ਜਿਹੜਾ ਆ ਉਹਦਾ ਨੈਗੇਟਿਵ ਵਿੱਚ ਆਉਣ ਦੀ ਸੰਭਾਵਨਾ ਹੋਊਗੀ। ਵੇਟ ਹੇਅਰ ਡੈਸ਼ ਆਈ ਕਮ ਬੈਕ। ਸੁਟੇਬਲ ਕੰਜੰਕਸ਼ਨ ਕੀ ਹੁੰਦੀ ਆ? ਜੋ ਦੋ ਵਰਡਸ ਜਾਂ ਦੋ ਸੈਂਟੈਂਸਿਸ ਨੂੰ ਜਾਂ ਦੋ ਨਾਊਨ ਫਰੇਜ਼ ਨੂੰ ਜੋੜਦੀ ਆ ਉਹਨੂੰ ਅਸੀਂ ਕੰਜੰਕਸ਼ਨ ਕਹਿੰਦੇ ਆ। ਅੰਟਿਲ ਆਏਗਾ। ਆਈ ਵੁੱਡ ਰਾਦਰ ਡਾਈ ਦੈਨ ਬੈਗ, ਮਾਡਲ ਹੈਗਾ, ਵੁੱਡ ਆਏਗਾ। ਵੁੱਡ ਦੇ ਯੂਜ਼ਸ ਕੀ ਹੈਗੇ ਆ? ਪਾਸਟ ਦੀ ਗੱਲ ਕਰਦਾ ਆ, ਟਾਕ ਅਬਾਊਟ ਦਾ ਪਾਸਟ, ਟਾਕ ਅਬਾਊਟ ਦਾ ਫਿਊਚਰ ਇਨ ਦਾ ਪਾਸਟ। ਪਾਸਟ ਦੇ ਵਿੱਚ ਜੇ ਅਸੀਂ ਫਿਊਚਰ ਦੀ ਗੱਲ ਕੀਤੀ ਹੋਊਗੀ ਤਾਂ ਆਊਗਾ ਵੁੱਡ। ਐਕਸਪ੍ਰੈਸ ਦਾ ਕੰਡੀਸ਼ਨਲ ਮੂਡ ਨੂੰ ਐਕਸਪ੍ਰੈਸ ਕਰੇਗਾ। ਐਕਸਪ੍ਰੈਸਿੰਗ ਡਿਜ਼ਾਇਰ, ਪੋਲਾਈਟ ਰਿਕੁਐਸਟ ਐਂਡ ਕੁਐਸਚਨ, ਓਪੀਨੀਅਨ ਔਰ ਹੋਪ, ਵਿਸ਼ ਔਰ ਰਿਗਰੈਟ, ਜੇ ਇਹਨਾਂ ਚੀਜ਼ਾਂ ਦੀ ਗੱਲ ਹੋਊਗੀ ਤਾਂ ਵੁੱਡ ਦਾ ਇਸਤੇਮਾਲ ਹੋਏਗਾ। ਵਟ ਸ਼ੁੱਡ ਵਨ ਨੈਵਰ ਸੈਲ, ਗਰੂਮਿੰਗ ਏ ਬॉय ਲੈਸਨ ਹੈਗਾ, ਫਸਟ ਲੈਸਨ ਹੈਗਾ ਇੰਗਲਿਸ਼ ਰੀਡਰ ਦਾ, ਹਾਰਟ ਐਂਡ ਸੋਲ। The name of the poet of the poem Open Thy Eyes and See Thy God is Rabindranath Tagore। Open Thy Eye Rabindranath Tagore ਦੀ ਫੋਟੋ ਆ, ਉਹਨਾਂ ਨੇ ਪੋਇਮ ਲਿਖੀ ਸੀ। How much did the farmer pay to the boy। ਮੈਜਿਕ ਵਾਇਲਨ ਦੇ ਵਿੱਚ ਫਾਰਮਰ ਜਿਹੜਾ ਆ ਉਹ ਬॉय ਨੂੰ ਜਿਹਨੇ 3 ਸਾਲ ਉਹਦੇ ਕੰਮ ਕੀਤਾ ਹੁੰਦਾ ਕੀ ਦਿੰਦਾ ਉਹਨੂੰ? 3 ਕਾਪਰ ਕੋਇਨ ਦਿੰਦਾ। Why did the 2 men come to the hut। 2 ਬੰਦੇ ਝੋਂਪੜੀ ਕੋਲ ਕਿਉਂ ਆਏ? ਟੂ ਸਟੀਲ ਹੈ, ਸਟੀਲ ਮਤਲਬ ਚੋਰੀ ਕਰਨਾ। ਹੈ ਕੀ ਹੁੰਦਾ? ਘਾਹ ਫੂਸ ਜਾਂ ਤੂੜੀ। ਕੋਕੋਨਟ, ਬਨਾਨਾ ਅਤੇ ਨਾਰੀਅਲ ਨੂੰ ਚੋਰੀ ਕਰਨ ਦੇ ਲਈ ਉਹ ਆਏ ਸੀ। 15 ਸੈਂਟੈਂਸ ਹੈਗਾ, ਕੁਐਸਚਨ ਹੈਗਾ ਵਟ ਸ਼ੁੱਡ ਬੀ ਦਾ ਗਾਈਡਿੰਗ ਪ੍ਰਿੰਸੀਪਲ ਆਫ ਆਵਰ ਲਾਈਫ ਬਸਟਿੰਗ ਯੂਰ ਟਾਈਮ ਦੇ ਵਿੱਚੋਂ। ਗਾਈਡਿੰਗ ਪ੍ਰਿੰਸੀਪਲ ਸਭ ਤੋਂ ਜ਼ਰੂਰੀ ਕੀ ਸਿਧਾਂਤ ਹੋਣਾ ਚਾਹੀਦਾ? ਆਪਣੇ ਟਾਈਮ ਨੂੰ ਬਜਟ ਕਰੋ, ਉਹਨੂੰ ਤੁਸੀਂ ਪਲਾਨ ਕਰੋ। ਸ਼ੇਰ ਸਿੰਘ ਬਹਾਦਰ ਵਾਜ ਏ ਫੇਮਸ ਹੰਟਰ, ਸ਼ਿਕਾਰੀ ਸੀ। ਵਿਚ ਆਫ ਦ ਫੋਲੋਇੰਗ ਇਜ਼ ਨਾਟ ਟਰੂ ਅਬਾਊਟ ਦ ਪੋਇਮ ਨੋ ਮੈਨ ਆਰ ਫੋਰਨ। ਕਿਹੜੀ ਚੀਜ਼ ਜਿਹੜੀ ਇਹਦੇ ਵਿੱਚ ਸਹੀ ਨਹੀਂ ਹੈਗੀ? ਆਨਸਰ ਲਿਖਿਆ ਆਲ ਮੈਨ ਆਰ ਟਰੂ, ਇਹ ਸਹੀ ਆ। ਬਾਈ ਹੇਟਿੰਗ ਅਦਰ ਵੀ ਲੂਜ਼ ਦੇਅਰ ਲਵ, ਇਹ ਵੀ ਸਹੀ ਆ। ਆਲ ਬਰੀਥ ਇਨ ਸੇਮ ਏਅਰ, ਇਹ ਵੀ ਸਹੀ ਆ। ਵੀ ਸ਼ੁੱਡ ਹੀਡ ਦੋਜ਼ ਹੂ ਟੈਲ ਅਸ ਟੂ ਹੇਟ ਅਦਰ, ਵੀ ਸਾਨੂੰ ਜਿਹੜਾ ਆ ਜਿਹੜੇ ਦੂਜੇ ਨੂੰ ਨਫ਼ਰਤ ਕਰਨੀ ਸਿਖਾਉਂਦੇ ਆ ਉਹਨੂੰ ਹੀਟ ਕਰ ਦੇਣਾ ਚਾਹੀਦਾ ਆ। ਤਾਂ ਆਨਸਰ ਡੀ ਆਉਣਾ ਚਾਹੀਦਾ ਸੀਗਾ, ਜਦਕਿ ਗਲਤ ਮਾਰਕ ਹੋਇਆ ਆ ਇਹ, ਇੱਥੇ ਆਨਸਰ ਡੀ ਆ, ਇਹਨੂੰ ਠੀਕ ਕਰ ਲਿਓ। ਸ਼ੇਰ ਸਿੰਘ ਵਾਜ਼ ਕ੍ਰੋਸਡ ਡੈਸ਼ ਰਿਵਰਸ ਵਾਈਲ ਟੇਕਿੰਗ ਹਿਸ ਬ੍ਰਦਰ ਟੂ ਦ ਹੌਸਪੀਟਲ। ਉਹਨੇ 2 ਜਿਹੜੀਆਂ ਸੀਗੀਆਂ ਨਦੀਆਂ ਪਾਰ ਕੀਤੀਆਂ ਸੀ। ਦ ਪਾਵਰ ਆਫ ਟਾਈਮ ਇਜ਼ ਗ੍ਰੇਟ, ਸਮੇਂ ਦੀ ਤਾਕਤ ਬਹੁਤ ਮਹਾਨ ਹੈ। ਗੁਰਮੁਖ ਕੀ ਗੁਰਮੁਖ ਸੌਂ ਰਿਹਾ ਸੀ ਪਾਸਟ ਟੈਂਸ ਆ ਤਾਂ ਵਾਜ਼ ਆਏਗਾ। ਇਜ਼ ਵੀ ਪ੍ਰੈਜੈਂਟ ਦਾ ਆ, ਹੈਜ਼ ਵੀ ਪ੍ਰੈਜੈਂਟ ਦਾ, ਫਿਰ ਹੈਜ਼ ਪ੍ਰੈਜੈਂਟ ਦਾ, ਇਸ ਕਰਕੇ ਬੀ ਦੀ ਆਪਸ਼ਨ ਆ ਵਾਜ਼। ਗੁਰਮੁਖ ਇਜ਼ ਸਲੀਪਿੰਗ, ਰਿਹਾ ਸੀਗਾ, ਕੰਟੀਨਿਊਸ ਫਾਰਮ ਹੈਗੀ ਆ, ਇਸ ਕਰਕੇ ਸਲੀਪਿੰਗ ਆਏਗਾ। ਸੋ ਬੱਚਿਓ ਇਹ ਸੀ ਸੈਂਪਲ ਟੈਸਟ ਪੇਪਰ ਆਪਣਾ। ਇਸ ਤਰ੍ਹਾਂ ਦਾ ਪੈਸ ਦੇ ਵਿੱਚ ਨੈਕਸਟ ਐਗਜ਼ਾਮ ਤੁਹਾਡਾ ਆਏਗਾ, ਇਸ ਹਿਸਾਬ ਦੇ ਨਾਲ ਤੁਸੀਂ ਆਪਣੀ ਤਿਆਰੀ ਕਰਨੀ ਹੈ। ਧੰਨਵਾਦ।